ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ ਅਰਵਿੰਦਰ ਜੀ। बहुत शुक्रिया संजीव जी और सारे दर्शकों को प्यार भरी सत श्री अकाल। ਸੋ ਸੈਪਟੰਬਰ ਆ ਗਿਆ। ਤੁਸੀਂ ਹਮੇਸ਼ਾ ਕਹਿੰਦੇ ਸੀ ਸੈਪਟੰਬਰ यस बिल्कुल। ਫਿਰ ਅਮਰੀਕਾ ਕੀ ਕਹਿ ਰਿਹਾ ਕਿਉਂਕਿ 1 ਸੈਪਟੰਬਰ ਅੱਜ ਪਹਿਲੀ ਤਰੀਕ ਹੈ ਸੈਪਟੰਬਰ ਦੀ। ਸੋ ਅਮਰੀਕਾ ਬਾਰੇ ਖੁਸ਼ਖਬਰੀਆਂ ਦਿਓ ਫਿਰ ਸਾਡੇ ਦਰਸ਼ਕਾਂ ਨੂੰ। यूएसए जिस तरीके ਨਾਲ किया बिल्कुल बिल्कुल दुरुस्त है और कल ही ਅਸੀਂ B1 B2 ਦੀਆਂ ਅਪਾਇੰਟਮੈਂਟਸ ਫਿਕਸ ਕੀਤੀਆਂ ਨੇ। ਹਾਲਾਂਕਿ ਉਹ ਨਵੰਬਰ ਦੀਆਂ ਮਿਲੀਆਂ ਨੇ। ਸੋ B1 B2 ਦੀਆਂ ਐਕਚੁਅਲ ਅਪਾਇੰਟਮੈਂਟਸ ਮਿਲਣ ਲੱਪੀਆਂ ਨੇ। ਬਟ ਜਿਸ ਤਰੀਕੇ ਨਾਲ ਅਸੀਂ ਸਾਰੇ ਸੋਚਦੇ ਹਾਂ ਕਿ ਅੱਜ ਤੋਂ ਸ਼ਟਰ ਬਿਲਕੁਲ ਹੀ ਆਪਾਂ ਤੇ ਸਭ ਕੁਝ ਮਤਲਬ 100% ਓਪਨ ਉੱਦਾਂ ਨਹੀਂ ਹੋ ਰਿਹਾ। ਸੋ ਸਟਿਲ ਤੇ ਅਸੀਂ ਇਸ ਹਫਤਾ ਕਾਫੀ ਕ੍ਰੂਸ਼ੀਅਲ ਰਹਿਣ ਵਾਲਾ ਹੈ ਇਹ ਵੀਕ। ਸੋ ਅਪਾਇੰਟਮੈਂਟਸ ਮਿਲਣੀਆਂ ਸ਼ੁਰੂ ਐਕਚੁਅਲ ਹੋ ਗਈਆਂ ਨੇ। ਅਸੀਂ ਅਪਾਇੰਟਮੈਂਟਸ ਜਿਹੜੀਆਂ ਪਿਕ ਕੀਤੀਆਂ ਨੇ ਉਹ ਨਵੰਬਰ ਦੀਆਂ ਮਿਲੀਆਂ ਹੈ। ਬਟ ਵੀ ਆਰ ਐਕਸਪੈਕਟਿੰਗ ਕਿ ਇਸ ਵੀਕ ਦੇ ਵਿੱਚ ਇਹ ਅਕਤੂਬਰ ਵੀ ਆਊਗਾ ਔਰ ਇਸ ਵੀਕ ਦੇ ਵਿੱਚ ਸੈਪਟੰਬਰ ਐਂਡ ਵੀ ਦਿਸੇਗਾ ਜੀ। ਸੋ ਇਹ ਐਕਚੁਅਲ ਜਿਹੜੀਆਂ ਅਪਾਇੰਟਮੈਂਟਸ ਨੇ ਉਹ ਓਪਨ ਹੋਣ ਜਾ ਰਹੀਆਂ ਨੇ। ਸੋ ਸਟੂਡੈਂਟਸ ਦੀਆਂ ਹਾਲੇ ਦਿੱਲੀ ਦੀਆਂ ਅਪਾਇੰਟਮੈਂਟਸ ਰੁਕੀਆਂ ਨੇ। ਉਹ ਵੀ ਆਈ ਬਿਲੀਵ ਕਿ ਇਸ ਵੀਕ ਉਹਨਾਂ ਲਈ ਵੀ ਕਾਫੀ ਕਰੂਸ਼ੀਅਲ ਹੈ ਬਿਕੋਜ਼ ਸਟੂਡੈਂਟਸ ਨੂੰ ਚੇਨਈ ਜਾਂ ਮੁੰਬਈ ਜਾਂ ਬੈਂਗਲੌਰ ਇਹਨਾਂ ਆਸੇ-ਪਾਸੇ ਹੈਦਰਾਬਾਦ ਇਹਨਾਂ ਆਸੇ-ਪਾਸੇ ਅਪਾਇੰਟਮੈਂਟਸ ਮਿਲਦੀਆਂ ਨੇ। ਬਟ ਦਿੱਲੀ ਦੀਆਂ ਅਪਾਇੰਟਮੈਂਟਸ ਹਾਲੇ ਰੁਕੀਆਂ ਨੇ। ਐਂਡ ਆਈ ਬਿਲੀਵ ਕਿ ਇਸ ਵੀਕ ਦੇ ਵਿੱਚ ਤਕਰੀਬਨ ਬਹੁਤ ਕਲੈਰਿਟੀ ਆਉਣ ਵਾਲੀ ਹੈ। ਐਂਡ ਯੈਸ ਆਈ ਕਨਫਰਮ ਇਟ ਹੈਜ਼ ਆਲਰੇਡੀ ਸਟਾਰਟਡ ਬਿਕੋਜ਼ ਅਸੀਂ ਆਪ ਅਪਾਇੰਟਮੈਂਟਸ ਪਿਕ ਕੀਤੀਆਂ ਨੇ। ਬੈਕਲੌਗ ਸਾਡੇ ਕੋਲ ਵੀ ਬਹੁਤ ਜ਼ਿਆਦਾ ਆ ਜਿਹੜੀਆਂ ਟੂਰਿਸਟ ਅਪਾਇੰਟਮੈਂਟਸ ਦਾ ਬਿਕੋਜ਼ ਕਾਫੀ ਸਮਾਂ ਹੋ ਗਿਆ ਲਗਭਗ 1 ਸਾਲ ਕਿ ਜਿਹਦੇ ਵਿੱਚ ਟੂਰਿਸਟ ਨੂੰ ਅਪਾਇੰਟਮੈਂਟਸ ਮਿਲੀਆਂ ਹੀ ਨਹੀਂ। ਸੋ ਵੀ ਆਰ ਲੁਕਿੰਗ ਫਾਰਵਰਡ ਕਿ ਜਿਹੜਾ ਬੈਕਲੌਗ ਅਸੀਂ ਬਹੁਤ ਕੁਇਕਲੀ ਜਿਹੜਾ ਫਿਨਿਸ਼ ਕਰੀਏ। ਸੋ ਇੱਕ ਕ੍ਰੂਸ਼ੀਅਲ ਟਾਈਮ ਹੈ ਇਸ ਸਮੇਂ ਦੇ ਵਿੱਚ ਕਾਫੀ ਕੁਝ ਡਿਸਾਈਡਿੰਗ ਹੈ। ਔਰ ਬਟ ਚੰਗੀ ਖਬਰ ਇਹ ਆ ਕਿ ਜੇ ਮਿਲਣ ਲੱਗ ਪਈਆਂ ਤੇ ਇਹਦਾ ਮਤਲਬ ਸ਼ੁਰੂ ਹੋ ਗਿਆ ਕਿਉਂਕਿ ਅੱਗੇ ਤੁਸੀਂ ਸ਼ੁਰੂਆਤ ਵਾਲੀ ਸਟੋਰੀ ਵੀ ਨਹੀਂ ਦਿਸਦੀ ਸੀ। ਮੈਨੂੰ ਯਾਦ ਹੈ ਕਿ ਇਸ ਸਾਲ ਦੇ ਸਾਡੇ ਕੋਲ ਨਾ ਮਈ ਦੇ ਵਿੱਚ ਕੁਝ ਡੈਥ ਕੇਸਿਸ ਸੀਗੇ ਕਿ ਕਿਸੇ ਮੁੰਡੇ ਦੀ ਉੱਥੇ ਡੈਥ ਹੋ ਗਈ ਪਿੱਛੋਂ ਫੈਮਿਲੀ ਨੇ ਫਾਦਰ ਨੇ ਜਾਂ ਵਾਈਫ ਨੇ ਬੱਚਿਆਂ ਨੇ ਵੀਜ਼ਾ ਅਪਲਾਈ ਕਰਨੇ ਸੀ। ਸੋ ਅਲੱਗ-ਅਲੱਗ 3-4 ਕੇਸਿਸ ਆ। ਬਟ ਉਹਨਾਂ ਸਭ ਨੂੰ ਵੀ ਐਮਰਜੈਂਸੀ ਦੇ ਵਿੱਚ ਅਸੀਂ ਅਪਾਇੰਟਮੈਂਟਸ ਰਿਕੁਐਸਟ ਕਰਦੇ ਰਹੇ। ਐਮਬੈਸੀ ਨੇ ਹਾਂ ਨਹੀਂ ਕੀਤੀ ਕਿ ਐਮਰਜੈਂਸੀ ਬੇਸਿਕਲੀ ਹੁੰਦਾ ਕਿ ਤੁਸੀਂ ਜਦੋਂ ਵੀ ਕੋਈ ਅਰਜੈਂਸੀ ਆ ਤੁਸੀਂ ਉਹਨੂੰ ਕੁਇਕਲੀ ਅਗਲੇ ਦਿਨ ਹੀ ਤੁਹਾਨੂੰ ਐਮਬੈਸੀ ਰਿਸਪੌਂਡ ਬੈਕ ਕਰਦੀ ਹੈ ਕਿ ਯੈਸ ਤੁਸੀਂ ਫਟਾਫਟ ਆ ਜਾਓ ਫੀਸ ਪੇ ਕਰੋ ਅਤੇ ਸਿੱਧੇ ਡਾਇਰੈਕਟਲੀ ਐਮਬੈਸੀ ਆ ਜਾਓ ਤੁਹਾਨੂੰ ਅਪਾਇੰਟਮੈਂਟ ਅਸੀਂ ਸ਼ਡਿਊਲ ਕਰ ਦਿੰਦੇ ਹਾਂ। ਬਟ ਇਸ ਕੇਸ 'ਚ ਇਹ ਵੇਖਿਆ ਗਿਆ ਕਿ ਅਸੀਂ ਵੀ ਸਕੇ ਪੁੱਤਰ ਦੀ ਜਿਹੜੀ ਡੈਥ ਦੇ ਉੱਪਰ ਵੀ ਫਾਦਰ ਨਹੀਂ ਜਾ ਸਕਿਆ, ਆਪਣੇ ਪਤੀ ਦੇ ਲਈ ਆਪਣੇ ਹਸਬੈਂਡ ਦੇ ਲਈ ਉਹਦੀ ਵਾਈਫ ਨਹੀਂ ਜਾ ਸਕੀ। ਸੋ ਇੱਦਾਂ ਦੇ 4 ਕੇਸਿਸ ਆਈ ਸਟਿਲ ਰਿਮੈਂਬਰ ਜਿਨ੍ਹਾਂ ਦੇ ਵਿੱਚ ਅਪਾਇੰਟਮੈਂਟਸ ਦੇ ਸਲੋਟਸ ਨਹੀਂ ਖੁੱਲ੍ਹੇ ਸੀ। ਸੋ ਮਤਲਬ ਇਹ ਹੈ ਕਿ B1 B2 ਕੈਟਾਗਰੀ ਬੰਦ ਸੀ। ਸੋ B1 B2 ਕੈਟਾਗਰੀ ਯੈਸ ਸੈਪਟੰਬਰ ਦੇ ਨਾਲ ਓਪਨ ਹੋ ਗਈ ਹੈ। ਸੋ ਇਹ ਇੱਕ ਚੰਗੀ ਖਬਰ ਹੈ ਕਿ ਜਿਹਦੇ 'ਚ ਬਹੁਤ ਲੰਬੇ ਸਮੇਂ ਤੋਂ ਜਿਹੜੇ ਸਾਡੇ ਟੂਰਿਸਟ ਨਹੀਂ ਜਾ ਸਕੇ ਜਾਂ ਨਹੀਂ ਪਲਾਨ ਕਰ ਸਕੇ US ਜਾਣ ਦਾ ਪਰ ਸੁਪਨਿਆਂ ਵਿੱਚ ਸੀਗਾ ਉਹ ਹੁਣ 10 ਸਾਲ ਦਾ ਵੀਜ਼ਾ ਅਪਲਾਈ ਕਰ ਸਕਦੇ ਆ। ਔਰ ਟਰੈਵਲਿੰਗ ਵਿੱਚ ਕੋਈ ਦਿੱਕਤ ਨਹੀਂ ਰਹੀ। ਜਿਨ੍ਹਾਂ ਦੇ ਕੋਲ ਪਿਛਲੇ B1 B2 ਵੀਜ਼ਾ ਸੀਗੇ ਜਿਨ੍ਹਾਂ ਕੋਲ ਟੂਰਿਜ਼ਮ ਵਾਲੇ ਵੀਜ਼ਾ ਸੀਗੇ ਉਹ ਸਾਰੇ ਟਰੈਵਲ ਕਰਦੇ ਰਹੇ ਆ। ਉਹਨਾਂ ਸਭ ਨੇ ਟਰੈਵਲ ਕੀਤਾ ਆ। ਸੋ ਉਹਨਾਂ ਨੂੰ ਦਿੱਕਤਾਂ ਨਹੀਂ ਆਈਆਂ। ਟਰੈਵਲਿੰਗ 'ਚ ਦਿੱਕਤਾਂ ਨਹੀਂ ਆਈਆਂ। ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਦਿੱਕਤਾਂ ਸੀਗੀਆਂ। ਰਾਈਟ। ਸੋ ਵੀਜ਼ਾ ਪ੍ਰੋਸੈਸਿੰਗ ਸਟਾਰਟ ਹੋ ਗਈ ਹੈ ਜੀ ਹੁਣ। ਦੈਟਸ ਅ ਗੁੱਡ ਨਿਊਜ਼। ਸਾਡੇ ਦਰਸ਼ਕ ਬੜੇ ਖੁਸ਼ ਹੋਣਗੇ ਇਸ ਚੀਜ਼ ਨੂੰ ਜਾਣ ਕੇ ਪਰ ਹਜੇ ਪੂਰੀ ਤਰ੍ਹਾਂ ਓਪਨ ਨਹੀਂ ਹੈ। ਫਸਟ ਵੀਕ ਤੋਂ ਬਾਅਦ ਹੋ ਸਕਦਾ ਹਾਂ ਇਸ ਵੀਕ ਦੇ ਵਿੱਚ ਇਮੀਗ੍ਰੈਂਟ ਅਪਾਇੰਟਮੈਂਟਸ ਕਾਫੀ ਸੀਗੀਆਂ। ਇਮੀਗ੍ਰੈਂਟਸ ਦੇ ਵਿੱਚ ਕੁਝ ਜਿਹੜੇ ਡਾਕੂਮੈਂਟਸ ਦੀ ਮੰਗ ਕੀਤੀ ਗਈ ਸੀ ਮੈਂ ਲਾਸਟ ਵੀਕ ਵੀ ਦੱਸਿਆ ਸੀ ਉਹ ਡਾਕੂਮੈਂਟਸ ਦੀ ਮੰਗ ਸਬਮਿਸ਼ਨ ਤੋਂ ਬਾਅਦ ਵੀਜ਼ਾਸ ਅਪਰੂਵ ਨਾਲ ਦੀ ਨਾਲ ਹੀ ਹੋ ਗਏ ਬਿਕੋਜ਼ ਅਸੀਂ ਫਿਜ਼ੀਕਲੀ ਐਪਲੀਕੈਂਟਸ ਨੂੰ ਭੇਜਤਾ ਸੀ ਨਾਲ ਡਾਕੂਮੈਂਟ ਰਿਕੁਐਸਟ ਜਿਹੜੀ ਆਈ ਸੀ ਜੀ। ਸੋ ਉਹ ਫਿਜ਼ੀਕਲ ਸਬਮਿਸ਼ਨ ਦੇ ਨਾਲ ਉੱਪਰ ਪੋਰਟਲ NVC ਦੇ ਪੋਰਟਲ ਦੇ ਉੱਪਰ ਵੀ ਸਬਮਿਟ ਕਰ ਦਿੱਤਾ ਗਿਆ ਉਹਨਾਂ ਨੂੰ। ਸੋ ਜਿਹੜੇ ਇਮੀਗ੍ਰੈਂਟ ਕੇਸਿਸ ਸਟਰੱਕ ਹੋਏ ਪਏ ਸੀਗੇ ਜਿਹਨਾਂ ਤਰੀਕਾ ਨਹੀਂ ਮਿਲ ਰਹੀਆਂ ਸੀ ਸੋ ਉਹ ਵੀ ਬਹੁਤ ਕੁਇਕਲੀ ਪੁਸ਼ ਆ ਗਿਆ ਉਹਨਾਂ ਨੂੰ। ਸੋ ਆਈ ਗੈਸ ਇਮੀਗ੍ਰੈਂਟਸ ਦਾ ਜਿਹੜਾ ਬੈਕਲੌਗ ਆ ਜਿਹੜੇ ਪਿਛਲੇ ਮਾਰਚ ਤੱਕ ਦੀਆਂ ਐਪਲੀਕੇਸ਼ਨਸ ਰੁਕੀਆਂ ਪਈਆਂ ਸੀਗੀਆਂ ਜਾਂ ਜਿਨ੍ਹਾਂ ਦੀਆਂ ਵਾਰੀ ਆਉਣ ਹੀ ਵਾਲੀ ਸੀਗੀ ਬਿਲਕੁਲ ਉਹ ਸਭ ਨੂੰ ਹੁਣ ਰੈਗੂਲਰਲੀ ਅਪਾਇੰਟਮੈਂਟਸ ਮਿਲ ਰਹੀਆਂ ਨੇ। ਈਮੇਲਸ ਆ ਰਹੀਆਂ ਨੇ ਤੁਸੀਂ ਖੁਦ ਵੀ ਸ਼ਡਿਊਲ ਕਰ ਸਕਦੇ ਹੋ। ਸੋ ਅਸਿਸਟੈਂਸ ਵੀ ਲੈ ਸਕਦੇ ਹੋ। ਸੋ ਉਹ ਰੈਗੂਲਰਲੀ ਕੰਮ ਲਈ ਜਿਹੜਾ ਹੁਣ ਰੂਟੀਨ ਦੇ ਵਿੱਚ ਆ ਗਿਆ ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ। ਸੋ ਵਧੀਆ ਹੈ। ਸੋ ਕੈਨੇਡਾ ਦਾ ਵੀ ਆਪਾਂ ਸੁਣ ਰਹੇ ਹਾਂ ਕਿ ਬੈਕਲੌਗ ਕਾਫੀ ਕਲੀਅਰ ਹੋ ਰਿਹਾ ਹੈ ਔਰ ਕਾਫੀ ਆਪਟੀਮਿਸਟਿਕ ਨੇ ਲੈ ਕੇ ਸਟੂਡੈਂਟ ਵੀਜ਼ਾ ਨੂੰ ਔਰ ਜਿਹੜੀਆਂ ਉਹ ਪਹਿਲਾਂ ਰਿਫਿਊਜ਼ਲਸ ਹੋ ਰਹੀਆਂ ਸੀ ਉਹਦੇ ਵੱਲ ਵੀ ਪੋਜ਼ਿਟਿਵਿਟੀ ਹੈ ਕਿਉਂਕਿ ਉਹ ਵੀ ਹੁਣ ਘਟੀਆਂ ਨੇ। ਦੇਖੋ ਕੈਨੇਡਾ ਦੇ ਵਿੱਚ ਜਿਹੜਾ ਸਕਸੈਸ ਆ ਉਹ ਬਿਹਤਰ ਹੋਇਆ ਜਿਹੜਾ
ਰਿਫਿਊਜ਼ਲ ਰੇਟ ਆ ਉਹ ਡਾਊਨ ਹੋਇਆ ਹੈ। ਜਿਹੜੀਆਂ ਐਪਲੀਕੇਸ਼ਨਸ ਦੇ ਉੱਪਰ ਕਿਸੇ ਟਾਈਮ ਤੇ ਲੱਗਦਾ ਸੀ ਕਿ ਵੀਜ਼ਾ ਆ ਹੀ ਨਹੀਂ ਸਕਦੇ, ਉਹਨਾਂ ਤੇ ਵੀ ਆਉਣੇ ਸ਼ੁਰੂ ਹੋਏ ਆ। ਯੈਸ। ਸੋ ਕੈਨੇਡਾ ਨੇ ਸਪੀਡ ਫੜੀ ਆ। ਕੈਨੇਡਾ ਦੇ ਵਿੱਚ ਬੇਸਿਕਲੀ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਤਾਂ ਖਤਮ ਹੋਣ ਨਹੀਂ ਵਾਲੀਆਂ। ਸੋ ਕੈਨੇਡਾ ਦੇ ਵਿੱਚ ਜਿਹੜੀ ਰਫ਼ਤਾਰ ਆ ਇਮੀਗ੍ਰੈਂਟਸ ਦੀ ਉਹ ਘਟ ਨਹੀਂ ਰਹੀ। ਸੋ ਉਹ ਜਿੰਨੇ ਇਮੀਗ੍ਰੈਂਟਸ ਉਹਨਾਂ ਨੇ ਸਾਲ ਦੇ ਵਿੱਚ ਪੱਕੇ ਕਰਨੇ ਨਹੀਂ ਉਹਨੇ ਕਰ ਰਹੇ ਆ, ਨੰਬਰਸ ਪੂਰਾ ਅਚੀਵ ਕਰ ਰਹੇ ਆ। ਜਿਹੜਾ ਇੰਡੀਆ ਦਾ ਕੋਟਾ ਹੈ ਉਹ ਪੂਰਾ ਕੰਜ਼ਿਊਮ ਹੋ ਰਿਹਾ ਹੈ। ਸੋ ਜਿਹੜੇ ਸਟੂਡੈਂਟਸ ਦੇ ਵੀਜ਼ਾ ਦੀ ਰਫ਼ਤਾਰ ਹੈ ਉਹ ਬਣ ਗਈ। ਸੋ ਪਿੱਛੇ ਜੇ ਸਟੂਡੈਂਟ ਵੀਜ਼ਾ ਦੀ ਰਫ਼ਤਾਰ ਹੈ ਨਹੀਂ ਸੀ ਜਾਂ ਜਿਹੜੇ ਟੂਰਿਸਟ ਵੀਜ਼ਾ ਦੀ ਰਫ਼ਤਾਰ ਹੈ ਨਹੀਂ ਸੀ, 6-6 8-8 ਮਹੀਨੇ ਤੱਕ ਐਪਲੀਕੇਸ਼ਨ ਸਟਰਕ ਸੀਗੀਆਂ। ਸੋ ਉਹ ਸਪੀਡ ਅਪ ਹੋਈਆਂ ਨੇ, ਨਵੀਂ ਸਟਾਫਿੰਗ ਹੋ ਗਈ। ਸੋ ਨਵਾਂ ਸਟਾਫ ਭਰਤੀ ਕੀਤਾ। ਸੋ 1250 ਮੁਲਾਜ਼ਮ ਇਸ ਸਾਲ ਨਵੇਂ ਰੱਖੇ ਜਾਣੇ ਆ। ਸੋ ਉਹਨਾਂ ਦੇ HR ਜਿਹੜਾ ਰਿਕਰੂਟਮੈਂਟਸ ਉਹ ਚੱਲ ਰਹੀਆਂ ਨੇ। ਸੋ ਫਾਈਨਲੀ ਜਿਹੜਾ ਬੈਕਲੌਗ ਸੀਗਾ ਉਹ ਮੂਵ ਹੋਣਾ ਸ਼ੁਰੂ ਹੋ ਗਿਆ। ਸੋ ਤੁਸੀਂ ਵੇਖੋਗੇ ਆਉਣ ਵਾਲੇ ਜਿਹੜਾ ਮਹੀਨੇ ਡੇਢ ਮਹੀਨੇ ਬਾਅਦ ਜਿਹੜੀ ਰਿਪੋਰਟ ਆਏਗੀ, ਮੇਬੀ ਅਗਸਤ ਐਂਡ ਦੇ ਉੱਪਰ ਜਿਹੜੀ ਪਬਲਿਸ਼ ਹੋਏਗੀ ਜਾਂ ਜਿਹੜੀ ਤੁਹਾਡੇ ਕੋਲ ਅਕਤੂਬਰ ਦੇ ਵਿੱਚ ਰਿਪੋਰਟ ਆਏਗੀ, ਉਹਦੇ ਤੁਸੀਂ ਵੇਖੋਗੇ ਕਿ ਜਿਹੜੀ ਨੰਬਰ ਆਫ ਵੀਜ਼ਾਸ ਗ੍ਰਾਂਟਸ ਨੇ ਉਹ ਜ਼ਿਆਦਾ ਹੋਣਗੇ। ਜਿਹੜਾ ਬੈਕਲੌਗ ਆ ਇਹ ਪਹਿਲੀ ਵਾਰੀ ਆ ਕਿ ਜਿਹੜਾ ਅਸੀਂ 25-26 ਲੱਖ ਤੱਕ ਹੋ ਗਿਆ ਸੀ ਉਹ ਬੈਕਲੌਗ ਤੁਹਾਨੂੰ ਥੱਲੇ ਨੂੰ ਆਉਂਦਾ ਦਿਸੂਗਾ। ਓਕੇ। ਬਿਕੋਜ਼ ਹਾਲੇ ਤੱਕ ਅਸੀਂ 14 ਲੱਖ ਤੋਂ ਸ਼ੁਰੂ ਹੋਏ ਸੀ ਤੇ ਅਸੀਂ 25-26 ਲੱਖ ਤੱਕ ਪਹੁੰਚ ਗਏ। ਸੋ ਉਹ ਵੀਜ਼ਾਸ ਵੀ ਕੱਢਦੇ, ਸਭ ਕੁਝ ਕਰਦੇ, ਬਟ ਬੈਕਲੌਗ ਕੰਸਿਸਟੈਂਟਲੀ ਉੱਪਰ ਜਾਈ ਜਾਂਦਾ ਸੀ। ਸੋ ਉਹਦਾ ਸਮਾਂ ਆ ਗਿਆ ਕਿ ਹੁਣ ਜਿਹੜਾ ਬੈਕਲੌਗ ਆ ਉਹ ਆਪਣੀ ਹਾਈਟ ਅਚੀਵ ਕਰਕੇ ਤੋਂ ਵਾਪਸ ਮੋੜਾ ਪਾਏਗਾ। ਸੋ ਉਹਦਾ ਸਮਾਂ ਆ ਗਿਆ ਕਿ ਤੁਹਾਡੇ ਕੋਲ ਜਿਹੜੀਆਂ ਅਕਤੂਬਰ ਦੇ ਵਿੱਚ ਜਿਹੜੀਆਂ ਰਿਪੋਰਟਸ ਹੋਣਗੀਆਂ, ਪਬਲਿਸ਼ ਹੋਣਗੀਆਂ, ਫॉर ਸ਼ਿਓਰ ਉਹਦੇ ਵਿੱਚ ਤੁਹਾਡੇ ਕੋਲ ਨੰਬਰਸ ਆ ਉਹ ਡਿਫਰੈਂਟ ਹੋਣਗੇ। ਸੋ ਕੈਨੇਡਾ ਨੇ ਵਾਪਸੀ ਕਰ ਲਈ ਆ। ਸੋ ਇਹ ਚੰਗਾ ਸੰਕੇਤ ਆ ਸਾਰੇ ਸਟੂਡੈਂਟਸ ਲਈ, ਸਾਰੇ ਮਾਪਿਆਂ ਲਈ, ਸਾਰੀ ਇੰਡਸਟਰੀ ਲਈ। ਸੋ ਬੈਕ ਇਨ ਬਿਜ਼ਨਸ। ਬਿਲਕੁਲ ਬੈਕ ਇਨ ਬਿਜ਼ਨਸ। ਔਰ ਉਹ ਗ੍ਰਾਫ ਦੇ ਵਿੱਚ ਡਿਕਲਾਈਨ ਸ਼ੁਰੂ ਹੋਏਗਾ, ਗ੍ਰਾਫ ਥੱਲੇ ਨੂੰ ਜਾਣਾ ਸ਼ੁਰੂ ਹੋਏਗਾ ਜੋ ਸ਼ੂਟ ਅਪ ਹੋ ਰਿਹਾ ਸੀ। ਬਹੁਤ ਵਧੀਆ ਸਾਈਨ ਹੈ ਸਾਡੇ ਸਟੂਡੈਂਟਸ ਵਾਸਤੇ, ਕਿਉਂਕਿ ਸਟੂਡੈਂਟਸ ਦੀ ਫਰਸਟ ਪਸੰਦ ਕੈਨੇਡਾ ਰਹਿੰਦਾ ਹੈ ਜਦੋਂ ਵੀ ਅਸੀਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ। ਸੋ ਇਹ ਵੀ ਬਹੁਤ ਵਧੀਆ ਗੱਲ ਆ। ਸੋ ਕੈਨੇਡਾ ਦੀ ਇੱਕ ਹੋਰ ਨਿਊਜ਼ ਵੀ ਮਿਲੀ ਹੈ ਕਿ ਸਾਡੇ ਪੰਜਾਬੀ ਬੜੇ ਅਣਖੀ ਨੇ, ਬੜੇ ਜੁਝਾਰੂ ਨੇ, ਬੜੇ ਯੋਧੇ ਨੇ। ਸੋ ਪੰਜਾਬ ਤੋਂ ਗਏ ਕੈਨੇਡਾ ਪੜ੍ਹਨ ਵਾਸਤੇ, ਉੱਥੇ ਵੀ ਉਹਨਾਂ ਦੇ ਅੰਦਰ ਜਿਹੜਾ ਯੋਧਾ ਸੀ ਜਾਗ ਪਿਆ। ਜੁਝਾਰੂਪਨ ਨਹੀਂ ਖਤਮ ਹੋ ਰਿਹਾ। ਤਲਵਾਰਾਂ ਕੱਢ ਲਈਆਂ, ਤਲਵਾਰਾਂ ਚੱਲ ਪਈਆਂ ਤੇ 119 ਸਟੂਡੈਂਟਸ ਹੁਣ ਡਿਪੋਰਟ ਹੋ ਰਹੇ ਨੇ, ਵਾਪਸ ਆ ਰਹੇ ਨੇ। ਪੇਰੈਂਟਸ ਨੇ ਬੜਾ ਖਰਚਾ ਕੀਤਾ, ਬੜੀਆਂ ਉਮੀਦਾਂ ਨਾਲ ਭੇਜਿਆ ਕਿ ਸਾਡੇ ਬੱਚੇ ਉੱਥੇ ਜਾ ਕੇ ਸਟੂਡੈਂਟਸ ਨੇ ਪੜ੍ਹੇ ਨੇ, ਉੱਥੇ ਜਾ ਕੇ ਪੜ੍ਹਨਗੇ, ਬੜੇ ਝੰਡੇ ਕੱਢਣਗੇ ਤੇ ਉੱਥੇ ਸੈਟਲ ਹੋ ਸਕਦੇ ਨੇ, ਕਿਉਂਕਿ ਉੱਥੋਂ ਦੀ ਇਕੋਨਮੀ, ਉੱਥੋਂ ਦੀ ਗਵਰਨਮੈਂਟ ਪਾਲਿਸੀਜ਼ ਇਹ ਫੇਵਰ ਕਰਦੀਆਂ ਨੇ ਕਿ ਉੱਥੇ ਆ ਕੇ ਰਹਿਣ, ਐਸੈਟ ਬਣਦੇ ਨੇ, ਉਹਨਾਂ ਦੇ ਇਕੋਨਮੀ ਨੂੰ ਸਪੋਰਟ ਹੁੰਦਾ। ਬਟ ਹੁਣ ਤੇ ਗੇਮ ਹੀ ਪੁੱਠੀ ਹੋ ਗਈ। ਉਹ ਰਿਪੋਰਟ ਹੋ ਰਹੇ ਨੇ, ਵਾਪਸ ਆ ਰਹੇ ਨੇ ਤੇ ਮਾਪੇ ਜਾਣਗੇ 에ਅਰਪੋਰਟ ਦੇ ਉੱਤੇ ਉਹਨਾਂ ਨੂੰ ਲੈਣ ਵਾਸਤੇ। ਕੀ ਕੀਤਾ ਜਾਏ ਹੁਣ? ਆਉਂਦੇ ਹੀ ਜਾਂ ਤੇ ਮਾਪੇ ਧੌਣ ਤੇ ਗੋਡਾ ਧਰਨ, ਬਿਕੋਜ਼ ਇਹ ਸਿਲਸਿਲਾ ਰੁਕਣਾ ਚਾਹੀਦਾ ਆ। ਬਿਕੋਜ਼ ਇਹ ਕੋਈ ਉਹਨਾਂ ਦਾ ਸਵਾਗਤ ਵਾਲੀ ਕਹਾਣੀ ਨਹੀਂ ਹੈ। ਬਿਕੋਜ਼ ਤੁਸੀਂ ਮਾਂ-ਬਾਪ ਨੇ ਇੰਨੀ ਮਿਹਨਤ ਕੀਤੀ, ਇੰਨਾ ਸਭ ਕੁਝ ਕੀਤਾ, ਆਉਂਦੇ ਹੀ ਗੋਡੇ ਥੱਲੇ ਦੇ ਲੈਣਾ ਚਾਹੀਦਾ। ਕੋਈ ਇਹਦੇ 'ਚ ਦੂਜੀ ਰਾਏ ਨਹੀਂ ਹੈ। ਬਿਕੋਜ਼ ਜਦ ਤੱਕ ਇਹੋ ਜਿਹਾ ਮੈਸੇਜ ਬੱਚਿਆਂ ਨੂੰ ਨਹੀਂ ਜਾਏਗਾ, ਇਹ ਆਉਣ ਵਾਲੇ ਬੱਚੇ ਵੀ ਇਸੇ ਖਰਾਬੇ 'ਚ ਰਹਿਣਗੇ। ਅਸੀਂ ਇੱਥੇ ਤਾਂ ਸੁਣਿਆ ਵੀ ਤੁਹਾਡੀ ਵੱਟ ਨਾ ਵੱਟ ਕਿਸੇ ਦੀ ਸਾਂਝੀ ਆ, ਕਿਸੇ ਦਾ ਹਲ ਵਗ ਗਿਆ, ਕਿਸੇ ਨੇ ਵੱਟ ਵਾਲੀ, ਕਿਸੇ ਨੇ ਕੋਈ ਕਬਜ਼ਾ ਕਰ ਲਿਆ, ਤੇ ਇੱਥੇ ਤਾਂ ਤੁਸੀਂ ਲੜਦੇ ਹੋ। ਚਲ ਆਪਾਂ ਗੱਲ ਮੰਨ ਲਈ, ਉੱਥੇ ਕਿਹੜੀਆਂ ਵੱਟਾਂ ਇਹਨਾਂ ਦੀਆਂ ਸਾਂਝੀਆਂ ਨੇ? ਸੋ ਉੱਥੇ ਪਲਾਜ਼ਿਆਂ 'ਚ, ਮੌਲਾਂ ਦੇ ਵਿੱਚ ਤਲਵਾਰਾਂ ਲੈ ਕੇ ਮਤਲਬ ਉਹੀ ਹੁੱਲੜਬਾਜੀ। ਸੋ ਇਹ ਬਿਲਕੁਲ ਅਸੈਪਟੇਬਲ ਨਹੀਂ ਹੈਗੀ। ਸੋ ਅਸੀਂ ਇਹ ਜਗ੍ਹਾ ਛੱਡ ਕੇ ਜਾਂਦੇ ਹਾਂ ਕਿ ਇਹਦੇ 'ਚ ਕੋਈ ਨਾ ਕੋਈ ਕੁਰੀਤੀਆਂ ਨੇ, ਕੋਈ ਜੌਬਸ ਹੈ ਨਹੀਂ, ਕਿਤੇ ਨਾ ਕੋਈ ਪੰਗਾ ਆ, ਕਿਤੇ ਇਸਟੈਬਲਿਸ਼ਮੈਂਟਸ ਹੈ ਨਹੀਂ ਹੈ, ਕਿਤੇ ਪ੍ਰਾਈਡ ਹੈ ਨਹੀਂ ਹੈ, ਕਿਤੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ ਨਹੀਂ ਹੈ। ਸੋ ਅਸੀਂ ਕੁੱਲ ਦਰਮਦਾਰ ਮਤਲਬ ਕੋਈ ਨਾ ਕੋਈ ਇਦਾਂ ਦਾ ਸਿਲਸਿਲਾ ਬਣਾਇਆ ਕਿ ਇੱਥੇ ਦਿੱਕਤਾਂ ਨੇ ਤਾਂ ਅਸੀਂ ਬਾਹਰ ਜਾਂਦੇ ਹਾਂ। ਔਰ ਜੇ ਅਸੀਂ ਉਹਨਾਂ ਨੂੰ ਵੀ ਆਪਦੇ ਵਰਗਾ ਹੀ ਕਰ ਲੈਣਾ, ਫਿਰ ਉੱਥੇ ਜਾਣ ਦੀ ਲੋੜ ਕੀ ਆ? ਸੋ ਕੈਨੇਡਾ ਨੂੰ ਕਮ ਸੇ ਕਮ ਕੈਨੇਡਾ ਰਹਿਣ ਦਿਓ। ਸੋ ਇਹ ਜਿੱਦਾਂ ਦਾ ਹੈਗਾ ਆ, ਇਹ ਬਹੁਤ ਚੰਗਾ ਆ ਕਿ ਇਹਨਾਂ ਨੇ ਸਾਨੂੰ ਸਵੀਕਾਰ ਕੀਤਾ ਆ। ਅੱਜ ਅਸੀਂ ਅਸੈਪਟ ਕਰ ਲਿਆ ਕਿ ਜਿਹੜੇ ਗੋਰਿਆਂ ਨੇ ਅਸੈਪਟ ਕਰ ਲਿਆ ਕਿ ਸਾਡੇ ਉੱਥੇ MP ਬਣਦੇ ਨੇ, ਸਾਡੇ MLA ਬਣਦੇ ਨੇ, ਉਹ ਅਸੈਪਟ ਕਰ ਲਏ। ਮੈਨੂੰ ਨਹੀਂ ਲੱਗਦਾ ਕਿ ਸਾਡੇ 'ਚ ਇੰਨੀ ਜ਼ਰੂਰਤ ਹੋਣੀ ਆ ਕਿ ਅਸੀਂ ਵੀ ਗਾਂ ਇੱਦਾਂ ਹੀ ਅਸੈਪਟ ਕਰ ਲਈਏ ਕਿ ਜਿਹੜੇ ਦੂਸਰੀਆਂ ਸਟੇਟਸ ਤੋਂ ਇੱਥੇ ਆ ਰਹੇ ਨੇ, ਅਸੀਂ ਉਹਨਾਂ ਨੂੰ ਇੱਥੋਂ ਲੋਕਲ MLA ਬਣਾ ਲਈਏ। ਸੋ ਇਹ ਵੱਡੀ ਗੱਲ ਆ ਉਹਨਾਂ ਲਈ ਕਿ ਉਹਨਾਂ ਦਾ ਦਿਲ ਵੱਡਾ ਆ। ਸੋ ਸਾਨੂੰ ਇਹਨੂੰ ਸੈਲਿਊਟ ਕਰਨਾ ਚਾਹੀਦਾ, ਬਿਕੋਜ਼ ਇਹ ਬਹੁਤ ਕਲੈਰਿਟੀ ਨਾਲ ਦਿਸ ਰਿਹਾ ਕਿ ਸਾਡਾ ਐਡਾ ਵੱਡਾ ਦਿਲ ਨਹੀਂ ਹੋਣ ਵਾਲਾ। ਸੋ ਜੇ ਉਹਨਾਂ ਦਾ ਦਿਲ ਵੱਡਾ ਆ, ਜੇਕਰ ਉਹਨਾਂ ਨੇ ਸਾਡੇ ਬੱਚਿਆਂ ਨੂੰ ਅਡਾਪਟ ਕੀਤਾ, ਅਸੈਪਟ ਕੀਤਾ, ਉੱਥੇ ਰੈਜ਼ੀਡੈਂਸੀ ਦਿੱਤੀ, ਉੱਥੇ ਕਾਰੋਬਾਰ ਦਿੱਤੇ, ਉੱਥੇ ਐਸਟੈਬਲਿਸ਼ਮੈਂਟਸ ਦਿੱਤੀਆਂ, ਤੇ ਉਹਦਾ ਇਹ ਸਿਲਸਿਲਾ ਤਾਂ ਨਾ ਆਪਾਂ ਦਿਖਾਈਏ ਉਹਨਾਂ ਨੂੰ ਕਮ ਸੇ ਕਮ। ਸੋ ਅਸੀਂ ਉੱਥੇ ਇਹ ਜੁਝਾਰੂਪਨ ਠੀਕ ਹੈ ਵੀ ਅਸੀਂ ਯੋਧੇ ਹੀ ਹਮੇਸ਼ਾ,
ਸੋ ਬਟ ਜਿੱਥੇ ਲੋੜ ਆ ਉੱਥੇ ਨੂੰ ਵਰਤੋ। ਇਹ ਆਪਸ ਵਿੱਚ ਇੱਕ ਦੂਜੇ ਦੀਆਂ ਬਾਹਾਂ ਵੱਢੀ ਜਾਣੀਆਂ, ਇਹ ਕਿੱਥੋਂ ਦਾ ਜੁਝਾਰੂਪਨ ਆ। ਯੈਸ ਬਿਲਕੁਲ ਠੀਕ ਸੋ ਬਾਹਰ ਜਾ ਕੇ ਪੂਰੇ ਪੰਜਾਬੀਆਂ ਦੀ ਇਸ ਪੱਗ ਕਰਕੇ ਸਿਫਤ ਰਹੀ ਆ ਕਿ ਜਿੱਥੇ ਵੀ ਸਾਡਾ ਮਾਨ ਸਨਮਾਨ ਵਧਿਆ ਆ, ਸਾਡਾ ਸਰੋਕਾਰ ਵਧਿਆ ਆ, ਉਹ ਸਿਰਫ ਤੇ ਸਿਰਫ ਪੰਜਾਬੀਆਂ ਕਰਕੇ ਵਧਿਆ ਆ ਕਿ ਇਹ ਪੰਜਾਬੀ ਨੇ, ਇਹ ਦਰਿਆ ਦਿਲ ਨੇ, ਇਹ ਲੰਗਰ ਲਾਉਂਦੇ ਆ, ਇਹ ਖੁੱਲੇ ਵਿਚਾਰਾਂ ਦੇ ਨੇ, ਤੇ ਅਸੀਂ ਉਹਨਾਂ ਨੂੰ ਆਹ ਪਾਸਾ ਤਾਂ ਨਾ ਵਿਖਾਈਏ। ਬਿਲਕੁਲ ਇਹ ਡਾਰਕ ਸਾਈਡ ਹੈ ਔਰ ਇਹ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਜਿਹੜੇ ਬਾਕੀ ਸਟੂਡੈਂਟਸ ਹੋਰ ਜਾ ਰਹੇ ਨੇ ਉੱਥੇ, ਉਹਨਾਂ ਦੇ ਉੱਤੇ ਕੁਐਸਚਨ ਮਾਰਕ ਲੱਗ ਸਕਦਾ ਹੈ। ਇਹ ਸਾਰਿਆਂ ਦੇ ਭਵਿੱਖ ਦਾ ਸਵਾਲ ਆ। ਬੇਸਿਕਲੀ ਕੈਨੇਡਾ ਸਾਨੂੰ ਬਹੁਤ ਵੱਡੇ ਦਿਲ ਨਾਲ ਅਸੈਪਟ ਕਰ ਰਿਹਾ ਔਰ ਸਾਨੂੰ ਉਸ ਜਗ੍ਹਾ ਦੀ ਇੱਜ਼ਤ ਕਰਨੀ ਚਾਹੀਦੀ ਆ। ਇੱਕ ਕੋਈ ਖੇਡਣ ਵਾਲਾ ਖਿਡਾਰੀ ਵੀ ਅਗਰ ਗਰਾਊਂਡ 'ਚ ਵੜਦਾ ਤਾਂ ਮੱਥਾ ਟੇਕ ਕੇ ਵੜਦਾ ਆ। ਸੋ ਇਸੇ ਤਰੀਕੇ ਨਾਲ ਹੀ ਇਹਨਾਂ ਦੀ ਪੜ੍ਹਾਈ ਵਾਲੀ ਭੂਮੀ ਆ, ਕਰਮ ਭੂਮੀ ਆ, ਕੱਲ੍ਹ ਨੂੰ ਉੱਥੇ ਰਹਿਣਾ ਇਹਨਾਂ ਨੇ। ਸੋ ਇਹਨਾਂ ਦੀ ਉਹ ਸਤਿਕਾਰਯੋਗ ਜਗ੍ਹਾ ਆ, ਸੋ ਇਹਨੂੰ ਸਤਿਕਾਰ ਮਿਲਣਾ ਚਾਹੀਦਾ, ਉਹ ਜ਼ਰੂਰੀ ਆ। ਸੋ ਜੇਕਰ ਅਸੀਂ ਇਸੇ ਹੁੱਲੜਬਾਜੀ ਵਿੱਚ ਹੀ ਰਹਿਣਾ ਆ ਤੇ ਫਿਰ ਤੁਸੀਂ ਇੱਥੇ ਰਹੋ, ਫਿਰ ਜਾਣ ਦੀ ਲੋੜ ਨਹੀਂ ਆ। ਬਿਕੋਜ਼ ਤੁਸੀਂ ਅੱਜ ਜਾਓਗੇ, ਆਉਣ ਵਾਲੀਆਂ ਨਸਲਾਂ ਦੇ ਲਈ ਇਹ ਖਰਾਬਾ ਜਾਊਗਾ। ਇਹਦੇ ਸਿਲਸਿਲੇ, ਇਹਦੇ ਸਿੱਟੇ ਦੂਰ ਤੱਕ ਜਾਣਗੇ। ਕੁਝ ਕੰਟਰੀਜ਼ ਨੇ ਦੁਨੀਆ ਦੇ ਵਿੱਚ ਜਿਹੜੇ ਬਦਨਾਮੀਆਂ ਕਰਕੇ ਮਸ਼ਹੂਰ ਨੇ ਔਰ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੂੰ ਵੀਜ਼ਾਸ ਨਹੀਂ ਗ੍ਰਾਂਟ ਕੀਤੇ ਜਾਂਦੇ। ਉਹਨਾਂ ਲਈ ਸਪੈਸ਼ਲ ਤਰੀਕਾ ਰੱਖਿਆ ਜਾਂਦਾ ਵੀ ਅਗਰ ਨਾਈਜੀਰੀਅਨ ਹੈ ਤਾਂ ਇਹਦਾ ਅਲੱਗ ਹਿਸਾਬ ਲਾਓ, ਅਗਰ ਇਹ ਫਲਾਣੇ ਮੁਲਕ ਤੋਂ ਆਏ ਆ ਤਾਂ ਇਹ ਇਦਾਂ ਦੇ ਹੁੰਦੇ ਆ। ਸੋ ਕਮ ਸੇ ਕਮ ਜਿਹੜੀ ਸਾਡਾ ਸਰੋਕਾਰ ਬਣਿਆ, ਸਾਡੇ ਪਿਛਲੀਆਂ ਪੀੜ੍ਹੀਆਂ ਨੇ ਬਣਾਇਆ, ਜਿਹੜਾ ਸਾਡਾ ਸਿਰ ਉੱਚਾ ਕੀਤਾ ਪਿਆ, ਅਸੀਂ ਕਮ ਸੇ ਕਮ ਉਹਨੂੰ ਨੀਵਾਂ ਨਾ ਕਰੀਏ। ਐਕਸੈਪਟੇਬਿਲਿਟੀ। ਸੋ ਇਹਦੇ 'ਚ ਮੈਨੂੰ ਇੱਕ ਐਗਜ਼ਾਮਪਲ ਯਾਦ ਆਉਂਦੀ ਆ। ਇੱਕ ਡਾਕੂਮੈਂਟਰੀ ਬਣਾਉਣ ਵਾਲੇ ਫਿਲਮ ਮੇਕਰ ਨੇ, ਡੇਵਿਡ ਐਡਨਬਰਗ, ਸਰ ਡੇਵਿਡ ਐਡਨਬਰਗ, ਇਨਵਾਇਰਮੈਂਟਲਿਸਟ ਨੇ। ਰਿਚਰਡ ਐਡਨਬਰਗ ਉਹਨਾਂ ਦੇ ਬ੍ਰਦਰ ਨੇ, ਜੋ ਫਿਲਮ ਮੇਕਰ ਨੇ, ਮੇਨ ਸਟ੍ਰੀਮ ਸਿਨੇਮਾ ਬਣਾਉਂਦੇ ਨੇ ਔਰ ਉਹਨਾਂ ਦੇ ਛੋਟੇ ਬ੍ਰਦਰ ਨੇ ਉਹ। ਸੋ ਉਹਨਾਂ ਨੇ ਇੱਕ ਜਗ੍ਹਾ ਇਹ ਚੀਜ਼ ਦੱਸੀ ਸੀ ਕਿ ਮੈਂ ਨੇਚਰ ਦੇ ਵਿੱਚ ਜਾ ਕੇ, ਸ਼ੁਰੂ ਤੋਂ ਹੀ ਆਪਣੇ ਬਚਪਨ ਤੋਂ ਹੀ ਉਹਨਾਂ ਨੂੰ ਸ਼ੌਕ ਸੀ, ਜਵਾਨੀ ਸਾਰੇ ਜੀਵਨ ਹੀ ਉਹਨਾਂ ਨੇ ਲਗਾਇਆ ਹੈ। ਸੋ ਉਹ ਕਹਿੰਦੇ ਕਿ ਮੈਂ ਨੇਚਰ ਦੇ ਵਿੱਚ ਜਾ ਕੇ, ਐਨੀਮਲਸ ਦੇ ਵਿੱਚ ਜਾ ਕੇ ਮੈਂ ਬਣਾਉਣਾ ਹਾਂ ਫਿਲਮਸ। ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੰਨੇ ਡਿਫਿਕਲਟ ਸ਼ਾਟਸ ਕਿਵੇਂ ਲੈ ਲੈਂਦੇ ਹੋ, ਕਿ ਜਾਨਵਰ ਤੁਹਾਡੇ ਨਾਲ ਫਰੈਂਡਲੀ ਕਿਵੇਂ ਨੇ, ਜਾ ਕੇ ਉਹਨਾਂ ਦੇ ਵਿੱਚ ਬੈਠੇ ਹੋਏ ਹੋ ਤੁਸੀਂ। ਕਹਿੰਦੇ ਦੇ ਹੈਵ ਐਕਸੈਪਟਡ ਮੀ। ਬਿਲਕੁਲ, ਮੈਨੂੰ ਉਹਨਾਂ ਨੇ ਸਵੀਕਾਰ ਕਰ ਲਿਆ, ਉਹਨਾਂ ਨੇ ਮੈਨੂੰ ਆਪਣਾ ਹਿੱਸਾ ਬਣਾ ਲਿਆ। ਇਸ ਕਰਕੇ ਮੈਂ ਜਾ ਕੇ ਆਪਣੇ ਪਰਟੀਕੂਲਰ ਸ਼ਾਟਸ ਲੈਣਾ। ਉਹ ਕਈ ਵਾਰ ਮੈਨੂੰ ਇਦਾਂ ਲੱਗਦਾ ਕਿ ਉਹ ਜਿਹੜੇ ਐਨੀਮਲਸ ਨੇ ਨਾ ਮੇਰੇ ਵਾਸਤੇ ਪੋਜ਼ ਕਰਦੇ ਪਏ ਨੇ ਫਰੇਮ ਦੇ ਵਿੱਚ ਆ ਕੇ। ਬੇਸਿਕਲੀ ਬਾਈ ਨੇਚਰ ਜਿਹੜਾ ਜਾਨਵਰ ਉਹ ਜੰਗਲੀ ਹੈ। ਯੈਸ, ਪਰ ਉਹ ਮੈਨੂੰ ਐਕਸੈਪਟ ਕਰ ਰਿਹਾ। ਇਹਦਾ ਮਤਲਬ ਉਹਨੇ ਮੇਰੇ 'ਚ ਕੁਝ ਇਦਾਂ ਦੀ ਚੀਜ਼ ਦੇਖੀ ਔਰ ਮੈਨੂੰ ਇਹ ਬਿਹੇਵੀਅਰ ਸ਼ੋ ਕਰਨਾ ਪਿਆ। ਉਸ ਮੇਰੇ ਬਿਹੇਵੀਅਰ ਕਰਕੇ ਉਹਨੇ ਮੈਨੂੰ ਐਕਸੈਪਟ ਕੀਤਾ। ਐਗਜ਼ੈਕਟਲੀ। ਅਦਰਵਾਈਜ਼ ਮੈਂ ਅਗਰ ਇਹਨਾਂ ਦਾ ਇਹ ਵੀ ਅਗਰ ਬੰਦੂਕ ਕੱਢ ਕੇ, ਤਲਵਾਰ ਕੱਢ ਕੇ ਹੁੰਦੇ ਤਾਂ ਕੋਈ ਨੇੜੇ ਨਹੀਂ ਲੱਗਦਾ। ਬਿਲਕੁਲ। ਕਹਿੰਦੇ ਤਾਂ ਹੀ ਮੈਂ ਇਹਨੇ ਡਿਫਿਕਲਟ ਸ਼ਾਟਸ ਲੈਣਾ, ਇੰਨੀਆਂ ਪਿਆਰੀਆਂ এনवायरमेंट ਦੇ ਉੱਤੇ ਫਿਲਮਾਂ ਬਣਾਉਣਾ, ਨੈਚੁਰਲ ਵਰਲਡ ਦੇ ਉੱਤੇ ਫਿਲਮਾਂ ਬਣਾਉਣਾ। ਸੋ ਐਕਸੈਪਟੇਬਿਲਿਟੀ ਬਹੁਤ ਜ਼ਰੂਰੀ ਚੀਜ਼ ਹੈ ਔਰ ਉਹਨਾਂ ਨੇ ਇੱਥੇ ਤੱਕ ਸਾਨੂੰ ਐਕਸੈਪਟ ਕੀਤਾ ਕੈਨੇਡਾ ਵਾਲਿਆਂ ਨੇ ਕਿ ਅਸੀਂ ਉਹਨਾਂ ਦੇ ਗਵਰਨਮੈਂਟ ਦੇ ਵਿੱਚ ਬਹਿ ਕੇ ਉਹਨਾਂ ਦੀ ਸਰਕਾਰ ਚਲਾਉਂਦੇ ਹਾਂ। ਅਸੀਂ ਮਿਨਿਸਟਰਸ ਬਣੇ ਹੋਏ ਹਾਂ ਉੱਥੇ। ਸਾਨੂੰ ਰਿਸਪੈਕਟ ਕਰਨੀ ਚਾਹੀਦੀ ਇਸ ਚੀਜ਼ ਦੀ, ਕੋਈ ਦੂਜੀ ਰਾਏ ਨਹੀਂ ਹੈਗੀ। ਯੈਸ। ਸੋ ਇਹ ਸਟੂਡੈਂਟਸ ਵਾਸਤੇ ਖਾਸ ਤੌਰ ਤੇ ਤਵੱਜੋ ਦੇਣ ਵਾਲੀ ਗੱਲ ਹੈ ਕਿ ਅੱਗੇ ਤੋਂ ਜਿਹੜੇ ਵੀ ਸਟੂਡੈਂਟਸ ਜਾ ਰਹੇ ਨੇ ਉੱਥੇ ਜਾ ਕੇ ਪੰਜਾਬ ਦਾ ਨਾਂ ਉੱਚਾ ਕਰੋ, ਪੰਜਾਬ ਨੂੰ ਹੋਰ ਉੱਚਾ ਕਰਕੇ ਦਿਖਾਓ ਕਿ ਅਸੀਂ ਪੰਜਾਬੀ ਕਿਸ ਆਕਾਰ ਦੇ, ਕਿਸ ਕਿਰਦਾਰ ਦੇ ਲੋਕ ਆ। ਇਦਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਇਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਸੋ ਅੱਗੇ ਵਧਦੇ ਹਾਂ। ਅਰਵਿੰਦਰ ਜੀ, ਹੁਣ ਆਪਾਂ ਇੱਥੇ ਆਉਂਦੇ ਹਾਂ ਯੂਨਾਈਟਿਡ ਕਿੰਗਡਮ ਤੇ, UK ਤੇ ਆਉਂਦੇ ਹਾਂ ਜੀ, ਕਿ ਉਹਨਾਂ ਨੇ ਹੁਣ ਮੁੜ ਤੋਂ ਸ਼ੁਰੂ ਕੀਤਾ, ਓਪਨ ਕੀਤਾ ਆਪਣੀ ਮਾਰਕੀਟ ਨੂੰ ਜੋ ਵੀਜ਼ਾਸ ਦੀ ਹੈ। ਉਹਦੇ 'ਚ ਪ੍ਰਾਇੋਰਟੀ ਵੀਜ਼ਾ, ਸੁਪਰ ਪ੍ਰਾਇੋਰਟੀ ਵੀਜ਼ਾ ਔਰ ਟਾਈਮ ਲੈਪਸ ਵੀ ਘਟਾਉਣ ਦੀ ਗੱਲ ਕੀਤੀ ਹੈ। ਔਨ ਪੇਮੈਂਟਸ ਹੈਗਾ, ਉਹਦੇ ਵਿੱਚ ਵੀ ਸਾਨੂੰ ਦੱਸੋ ਤੁਸੀਂ ਕਿ ਫੀਸਿਸ ਦਾ ਕੀ ਸਟਰਕਚਰ ਹੈ ਜਾਂ ਪੇਮੈਂਟਸ ਦਾ ਕੀ ਸਟਰਕਚਰ ਹੈ, ਤੇ ਨਾਲ ਇਹ ਵੀ ਦੱਸੋ ਕਿ ਇਹ ਦੋਵਾਂ ਦੇ ਵਿੱਚ ਫਰਕ ਕੀ ਹੈ ਔਰ ਕਿੱਦਾਂ ਇਸ ਓਪਰਚੁਨਿਟੀ ਨੂੰ ਅਵੇਲ ਕਰ ਸਕਦੇ ਨੇ। ਦੇਖੋ, ਬਾਕੀ ਸਾਰੇ ਕੰਟਰੀਜ਼ ਜੂਝ ਰਹੀਆਂ ਨੇ ਬੈਕਲੌਗ ਦੇ ਨਾਲ, ਜੂਝ ਰਹੀਆਂ ਨੇ ਟਾਈਮ ਲਾਈਨ ਦੇ ਉੱਪਰ, ਜਿਹੜਾ ਉਹਨੂੰ ਟਾਈਮ ਛੋਟਾ ਕੀਤਾ ਜਾਵੇ, ਲੰਬਾ ਕੀਤਾ ਜਾਵੇ। ਅਸੀਂ US ਵਿੱਚ ਵੀ ਵੇਖਿਆ ਕਿ ਬਹੁਤ ਦੇਰ ਬਾਅਦ ਜਾ ਕੇ ਅਪਾਇੰਟਮੈਂਟਸ ਓਪਨ ਹੋਈਆਂ, ਬਟ ਇੱਕਦਮ ਸਭ ਨੂੰ ਨਹੀਂ ਮਿਲਣਗੀਆਂ, ਇਹਦੇ ਵਿੱਚ ਛੋਟੇ ਛੋਟੇ ਸਲੋਟਸ ਦੇਣਗੇ। ਸੋ ਇਸੇ ਤਰੀਕੇ ਨਾਲ ਕੈਨੇਡਾ ਆਨਲਾਈਨ ਐਪਲੀਕੇਸ਼ਨ ਲੌਂਚ ਹੋ ਜਾਂਦੀ ਹੈ, ਬਟ ਕੈਨੇਡਾ ਦਾ ਵੀ ਜਿਹੜਾ ਟਾਈਮ ਫਰੇਮ ਆ ਉਹ 6 ਮਹੀਨੇ ਤੋਂ 3 ਮਹੀਨੇ, 3 ਮਹੀਨੇ ਤੋਂ 2.5 ਮਹੀਨੇ ਤੇ ਹੌਲੀ ਹੌਲੀ ਸਿਮਟਦਾ ਜਾ ਰਿਹਾ, ਬਟ ਸਟਿਲ ਟਾਈਮ ਕੰਜ਼ਿਊਮਿੰਗ ਆ। UK ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਸੀ ਉਹ ਨਾਰਮਲੀ 1.5 ਮਹੀਨੇ 'ਚ ਹੁੰਦੀ ਸੀ। ਸੋ ਪ੍ਰਾਇੋਰਟੀ ਤੇ ਸੁਪਰ ਪ੍ਰਾਇੋਰਟੀ ਦਾ ਮਤਲਬ ਇਹ ਹੈ ਕਿ UK ਅੱਜ ਤੁਹਾਨੂੰ ਅਲਾਓ ਕਰਦਾ ਆ ਕਿ ਤੁਸੀਂ UK ਜਾਣਾ ਚਾਹੁੰਦੇ ਹੋ, ਤੁਸੀਂ ਸੁਪਰ ਪ੍ਰਾਇੋਰਟੀ 800 ਪਾਉਂਡ ਫੀਸ ਭਰੋ, ਤੁਸੀਂ 1 ਦਿਨ 'ਚ ਵੀਜ਼ਾ ਲੈ ਲਓ। ਸੋ ਬੇਸਿਕਲੀ ਤੁਸੀਂ ਫੀਸ ਦੇ ਨਾਲ ਉਹਨਾਂ ਲਿੰਕ ਅਪ ਕਰਤਾ ਕਿ ਤੁਹਾਨੂੰ ਅਗਰ ਜ਼ਿਆਦਾ ਜਲਦੀ ਹੈ
ਸੋ ਤੁਸੀਂ ਸਾਡੇ ਟਾਈਮ ਦੀ ਵੇਟ ਨਹੀਂ ਕਰਨਾ ਚਾਹੁੰਦੇ, ਸਾਡੀ ਟਾਈਮਲਾਈਨ ਜਿੰਨਾ ਤੁਹਾਡੇ ਕੋਲ ਸਮਾਂ ਨਹੀਂ ਹੈਗਾ, ਸੋ ਤੁਸੀਂ ਥੋੜੀ ਜਿਹੀ ਐਕਸਟਰਾ ਫੀਸ ਦੇ ਕੇ ਤੁਸੀਂ ਆਪਣਾ ਵੀਜ਼ਾ ਚਾਹੇ 24 ਘੰਟੇ 'ਚ ਲੈ ਲਓ। ਸੋ ਇਹਨੂੰ ਅਸੀਂ ਸੁਪਰ ਪ੍ਰਾਇੋਰਟੀ ਬੋਲਦੇ ਹਾਂ। ਪ੍ਰਾਇੋਰਟੀ ਦੇ ਵਿੱਚ ਥੋੜੀ ਫੀਸ ਘੱਟ ਹੁੰਦੀ ਆ, ਉਹਦੇ ਵਿੱਚ 1 ਵੀਕ ਲੱਗ ਜਾਂਦਾ ਤੁਹਾਡੇ ਕੋਲ, ਤੁਸੀਂ ਅਗਰ ਵਰਕਿੰਗ ਡੇਜ਼ ਲਾਓ। ਸੋ ਦੋਨਾਂ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਵੀਜ਼ੇ ਦਾ ਟਾਈਮ ਤੈਅ ਕਰ ਸਕਦੇ ਹੋ, ਕਿਉਂਕਿ ਸੈਪਟੰਬਰ ਚੱਲ ਰਿਹਾ, ਇਹ ਸਟੂਡੈਂਟਸ ਲਈ ਖਾਸ ਕਰਕੇ ਕੀਤਾ ਹੈ। ਸੈਪਟੰਬਰ ਚੱਲ ਰਿਹਾ, ਸੈਪਟੰਬਰ ਦੀ ਇਨਟੇਕ ਹੈ, ਸੈਪਟੰਬਰ 'ਚ ਹੀ ਫਾਈਲਿੰਗ ਆ। ਸੋ ਬਹੁਤ ਸਾਰੇ ਬੱਚਿਆਂ ਦੇ ਕੈਸ਼ ਲੈਟਰ ਅੱਜ ਆ ਰਹੇ ਆ, ਕਨਫਰਮੇਸ਼ਨ ਆਫ ਅਸੈਪਟੈਂਸ ਫॉर ਸਟੱਡੀਜ਼। ਇਹ ਬੇਸਿਕਲੀ ਇੱਕ ਲੀਗਲ ਡਾਕੂਮੈਂਟ ਹੈ ਜਿਹੜਾ ਗਵਰਨਮੈਂਟ ਯੂਨੀਵਰਸਿਟੀ ਤੁਹਾਨੂੰ ਦਿੰਦੀ ਹੈ, ਜਿਹਦਾ ਤਾਂ ਮਤਲਬ ਇਹ ਹੁੰਦਾ ਕਿ ਤੁਹਾਡੀ ਕਨਫਰਮੇਸ਼ਨ ਹੋ ਗਈ ਪੜ੍ਹਾਈ ਦੇ ਲਈ। ਸੋ ਜਿੱਦਾਂ I-20 US ਵਿੱਚ ਹੁੰਦੀ ਹੈ, LOA ਕੈਨੇਡਾ ਦੇ ਵਿੱਚ ਹੁੰਦੀ, ਇੱਥੇ ਇਹਨੂੰ ਕੈਸ਼ ਲੈਟਰ ਬੋਲਿਆ ਜਾਂਦਾ। ਸੋ ਕੈਸ਼ ਤੁਹਾਨੂੰ ਇਸ਼ੂ ਹੋ ਗਿਆ, ਬਟ ਤੁਸੀਂ ਵੀਜ਼ਾ ਲਈ ਫਾਈਲ ਨਹੀਂ ਕੀਤਾ ਹਾਲੇ। ਸੋ ਤੁਸੀਂ ਸੈਪਟੰਬਰ 'ਚ ਕਰ ਰਹੇ ਹੋ, ਵੀਜ਼ਾ ਤੁਹਾਡਾ ਅਕਤੂਬਰ ਨਵੰਬਰ 'ਚ ਆਏਗਾ। ਤੇ UK 'ਚ ਇੱਦਾਂ ਨਹੀਂ ਚੱਲਦਾ। UK ਤੁਹਾਨੂੰ ਜਿਹੜੀ ਤੁਹਾਡੀ ਡੈਡਲਾਈਨ ਆ ਉਸ ਤੋਂ ਪਹਿਲਾਂ ਤੁਹਾਨੂੰ ਉੱਥੇ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਪੈਂਦਾ, ਬਿਕੋਜ਼ ਫਿਜ਼ੀਕਲ ਐਜੂਕੇਸ਼ਨ ਹੈ। ਐਜੂਕੇਸ਼ਨ ਦੇ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਬਾਕੀ ਕੰਟਰੀਜ਼ ਸਾਨੂੰ ਆਨਲਾਈਨ ਮੋਡਿਊਲਸ ਦੇ ਦਿੰਦੇ ਨੇ, ਤੁਹਾਨੂੰ ਹੋਰ ਤਰੀਕੇ ਨਾਲ ਅਸੈਸਮੈਂਟ ਕਰ ਲੈਂਦੇ ਆ। ਤੁਹਾਡੀ ਐਜੂਕੇਸ਼ਨ ਦੇ ਵਿੱਚ ਪ੍ਰੋਗਰਾਮਸ ਦੀ ਅਵੇਲੇਬਿਲਿਟੀ, ਡਿਪਲੋਮਾ, ਐਡਵਾਂਸ ਡਿਪਲੋਮਾ ਕਰਕੇ, ਸਰਟੀਫਿਕੇਟ ਪ੍ਰੋਗਰਾਮ ਕਰਕੇ, ਇੱਥੇ ਤੁਸੀਂ ਡਾਇਰੈਕਟ ਡਿਗਰੀ ਲਈ ਜਾ ਰਹੇ ਹੋ। ਔਰ ਪ੍ਰਾਇੋਰਟੀ, ਸੁਪਰ ਪ੍ਰਾਇੋਰਟੀ ਦੇ ਨਾਲ ਤੁਹਾਡੇ ਕੋਲ ਇੱਕ ਮੌਕਾ ਆ ਗਿਆ ਕਿ ਤੁਸੀਂ ਸੈਪਟੰਬਰ 'ਚ ਹੀ ਫਾਈਲ ਪਾਈ, ਤੁਸੀਂ ਅੱਜ ਦੇ ਅੱਜ ਵੀਜ਼ਾ ਚਾਹੁੰਦੇ ਹੋ, ਤੁਸੀਂ ਐਕਸਟਰਾ ਫੀਸ ਦਿਓ ਅੰਬੈਸੀ ਨੂੰ, ਤੁਹਾਡਾ ਵੀਜ਼ਾ ਹੁਣੇ ਸਟੈਂਪ ਹੋ ਕੇ ਆ ਜਾਏਗਾ, ਤੇ ਤੁਸੀਂ ਇਸੇ ਸਾਲ ਦੇ ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਨਾਲ ਦੀ ਨਾਲ ਜਾ ਸਕੋਗੇ। ਸੋ ਤੁਹਾਡੀ ਨਾ ਤਾਂ ਇਨਟੇਕ ਡੈਫਰ ਹੋਏਗੀ, ਨਾ ਤੁਹਾਡਾ ਸਮਾਂ ਐਕਸਟਰਾ ਹੋਏਗਾ। ਬਿਕੋਜ਼ UK ਦੇ ਵਿੱਚ ਦਿੱਕਤ ਹੈ ਕਿ ਅਗਰ ਤੁਹਾਡਾ ਸੈਪਟੰਬਰ ਦੇ ਲਈ ਕੈਸ਼ ਲੈਟਰ ਇਸ਼ੂ ਹੋਈ ਤਾਂ ਤੁਹਾਨੂੰ ਸੈਪਟੰਬਰ 'ਚ ਹੀ ਜਾਣਾ ਪਏਗਾ, ਤੇ ਡੈਫਰਮੈਂਟਸ ਨਹੀਂ ਹੁੰਦੀਆਂ। ਬਿਕੋਜ਼ UK ਦੇ ਵਿੱਚ ਬਿਲਕੁਲ ਅਲੱਗ ਦੁਨੀਆ ਆ ਕਿ UK ਦੇ ਵਿੱਚ ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਕੀ ਆ ਕਿ ਤੁਹਾਡੇ ਕੋਲ ਕੋਟਾ ਹੈ, ਤੁਸੀਂ 500 ਸੀਟਾਂ ਦੀ ਆਫਰ ਕੱਢ ਸਕਦੇ ਹੋ। ਸੋ UK ਦੇ ਵਿੱਚ ਅਗਰ ਤੁਹਾਡੇ ਕੋਲ 100 ਸੀਟਾਂ ਨੇ, ਤੁਸੀਂ 100 ਹੀ ਲੈਟਰਸ ਇਸ਼ੂ ਕਰ ਸਕਦੇ ਹੋ। ਔਰ ਉਹਨਾਂ ਲੈਟਰਸ ਵਿੱਚੋਂ ਅਗਰ ਕਿਸ ਦਾ ਵੀਜ਼ਾ ਨਹੀਂ ਪ੍ਰੋਸੈਸ ਹੋਇਆ, ਉਹ ਸੀਟ ਖਾਲੀ ਹੈ। ਕਿਸ ਦਾ ਵੀਜ਼ਾ ਰਿਜੈਕਟ ਹੋਇਆ, ਉਹਦੀ ਵੀ ਸੀਟ ਖਾਲੀ ਹੈ। ਸੋ UK ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਵਿਜੀਲੈਂਟ ਨੇ। UK ਯੂਨੀਵਰਸਿਟੀ ਇੱਕ ਸਟੂਡੈਂਟ ਦੇ ਨਾਲ ਬਹੁਤ ਲੰਬਾ ਸਮਾਂ ਕਮਿਊਨੀਕੇਟ ਕਰਕੇ ਫਿਰ ਉਹਨੂੰ ਆਫਰ ਅਸੈਪਟ ਕਰਦੀ ਹੈ। ਸੋ ਬਾਕੀ ਸਾਰੇ ਕੰਟਰੀਜ਼ ਵਿੱਚ ਤੁਸੀਂ ਅਪਲਾਈ ਕੀਤਾ, ਤੁਹਾਨੂੰ ਆਫਰ ਆ ਗਈ, ਅਸੈਪਟੈਂਸ ਆ ਗਈ, ਫੀਸ ਪੇ ਕੀਤੀ, LOA ਆ ਗਈ, ਰਾਈਟ। ਸੋ ਐਪਲੀਕੇਸ਼ਨ ਫੀਸ ਤਾਰੀ, I-20 ਆ ਗਈ। ਸੋ UK 'ਚ ਇੱਦਾਂ ਨਹੀਂ ਹੈ। UK 'ਤੇ ਇਹਨਾਂ ਪਹਿਲਾਂ ਸਟੂਡੈਂਟ ਨੂੰ ਆਪਣੀ ਆਫਰ ਲੈਣੀ ਪੈਂਦੀ ਹੈ, ਉਹ ਕੰਡੀਸ਼ਨਲ ਹੋਏਗੀ, ਉਸ ਦੇ ਉੱਪਰ ਫੀਸ ਭਰਨੀ ਪੈਂਦੀ ਆ, ਉਸ ਤੋਂ ਬਾਅਦ ਉਹਦੀ ਇੰਟਰਵਿਊ ਆਉਂਦੀ ਹੈ, ਯੂਨੀਵਰਸਿਟੀ ਇੰਟਰਵਿਊ ਕਰਦੀ ਹੈ। ਔਰ ਯੂਨੀਵਰਸਿਟੀ ਦੇ ਵਿੱਚ ਵੀ ਯੂਨੀਵਰਸਿਟੀ ਨੇ ਅੱਜ ਕੱਲ੍ਹ ਸਪੈਸ਼ਲਿਸਟ ਜਿਹੜੇ ਇੰਟਰਵਿਊਅਰ ਰੱਖੇ ਨੇ, ਉਹਨਾਂ ਦਾ ਕੰਮ ਆ ਕਿ ਉਹਨਾਂ ਦੀ ਜੌਬ ਇਹ ਹੈ ਕਿ ਇੱਕ ਸਟੂਡੈਂਟ ਨਾਲ ਅੱਧਾ ਪੌਣਾ ਘੰਟਾ ਗੱਲਬਾਤ ਕਰਕੇ ਤੈਅ ਕਰਨਾ ਕਿ ਇੱਕ ਕ੍ਰੈਡੀਬਲ ਸਟੂਡੈਂਟ ਹੈਗਾ ਕਿ ਨਹੀਂ ਹੈਗਾ। ਆਈ ਥਿੰਕ ਜਿਹੜੀਆਂ ਇੰਨੀਆਂ ਪੁਰਾਣੀਆਂ ਯੂਨੀਵਰਸਿਟੀਜ਼ ਨੇ, ਥਾਊਜ਼ੈਂਡਸ ਈਅਰ ਪੁਰਾਣੀਆਂ ਨੇ, ਇਸ ਕਰਕੇ ਉਹਨਾਂ ਦੀ ਜੋ ਪ੍ਰੈਸਟੀਜੀਅਸ ਆ, ਜੋ ਉਹਨਾਂ ਦਾ ਸਟੈਂਡਰਡ ਆ, ਉਸ ਨੂੰ ਮੇਨਟੇਨ ਕਰਨ ਵਾਸਤੇ ਉਹ ਦੇਖਦੇ ਨੇ ਕਿ ਸਟੂਡੈਂਟ ਇਸ ਲਾਇਕ ਹੈ ਕਿ ਨਹੀਂ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਉਹਨੂੰ ਐਂਟਰੈਂਸ ਦਿੱਤੀ ਜਾਏ। ਸੰਜੀਵ ਜੀ, ਦੋ ਗੱਲਾਂ ਨੇ, ਇੱਕ ਤੇ ਉਹ ਪ੍ਰੈਸਟੀਜ ਆ, ਦੂਸਰਾ ਫਾਈਨੈਂਸ਼ੀਅਲ ਐਸਪੈਕਟ ਵੀ ਆ। ਫਾਈਨੈਂਸ਼ੀਅਲ ਐਸਪੈਕਟ ਇਸ ਤਰੀਕੇ ਨਾਲ ਹੈ ਕਿ ਇੱਕ ਯੂਨੀਵਰਸਿਟੀ ਦੇ ਵਿੱਚ ਸਪੋਜ਼ ਕਰੋ 15,000 ਪਾਉਂਡ ਫੀਸ ਹੈ, ਸਟੂਡੈਂਟ ਇੱਥੋਂ 5,000 ਪਾਉਂਡ ਦੇ ਕੇ ਚੱਲ ਜਾਂਦਾ, 10,000 ਪਾਉਂਡ ਦਾ ਪੇ ਕਰਨ ਵਾਲਾ ਆ। ਫਿਰ ਵੇਖਿਆ ਜਾਂਦਾ ਕਿ 10,000 ਪਾਉਂਡ 100 ਬੱਚੇ ਨੇ ਪੇ ਨਹੀਂ ਕੀਤਾ, ਔਰ ਇਹ 100 ਦਾ 100 ਬੱਚਾ ਕਿੱਥੋਂ ਨਿਕਲਦਾ ਆ? ਪੰਜਾਬ ਦਾ। ਓਕੇ। ਜਦੋਂ ਵੇਖਿਆ ਜਾਂਦਾ ਕਿ 10 ਲੱਖ ਪਾਉਂਡ ਘਟ ਗਿਆ, 1 ਮਿਲੀਅਨ ਪਾਉਂਡਸ ਘਟ ਗਿਆ, ਕਿਹਦਾ ਕਰਕੇ? ਕਿਉਂਕਿ ਸਟੂਡੈਂਟ ਪੰਜਾਬ ਦੇ ਸੀ। ਸੋ ਅਗਲੀ ਵਾਰੀ ਯੂਨੀਵਰਸਿਟੀ ਜਾਂ ਤਾਂ ਪੰਜਾਬ ਤੋਂ ਰਿਕਰੂਟਮੈਂਟ ਨਹੀਂ ਕਰਦੀ, ਜਾਂ ਕਿ ਇੰਨਾ ਮੇਕ ਸ਼ੋਰ ਕਰਦੀ ਹੈ ਕਿ ਸਟੂਡੈਂਟ ਉਹ ਲਈਏ ਜਿਹੜਾ ਅਗਲੀਆਂ ਫੀਸਾਂ ਵੀ ਤਾਰ ਸਕੇ। ਔਰ ਇਹਦੇ ਲਈ ਉਹਨਾਂ ਨੇ ਨਵੀਆਂ ਜੌਬਸ ਦੇ ਉੱਪਰ ਬੰਦੇ ਰੱਖੇ, ਜਿਹਦਾ ਕੰਮ ਹੈ ਕਿ ਸਟੂਡੈਂਟ ਨਾਲ ਅੱਧਾ ਪੌਣਾ ਘੰਟਾ ਗੱਲਬਾਤ ਕਰਕੇ ਉਸ ਪ੍ਰਪੋਜ਼ਡ ਫਾਈਨੈਂਸ਼ੀਅਲ ਲਾਸ ਦੀ ਰਿਕਵਰੀ ਕਰਨਾ ਕਿ ਕਿਤੇ ਇੰਨਾ ਨੁਕਸਾਨ ਨਾ ਹੋਵੇ। ਸੋ ਉਹਦਾ ਪੋਟੈਂਸ਼ੀਅਲ ਵੇਖਣ ਨੂੰ ਕਿ ਇਹ ਸਟੂਡੈਂਟ ਵਾਕਿਆ ਹੀ ਕ੍ਰੈਡੀਬਲ ਹੈਗਾ, ਇਹਨੂੰ ਵਾਕਿਆ ਐਜੂਕੇਸ਼ਨ ਦੀ ਸਮਝ ਹੈਗੀ, ਇਹਨੂੰ ਵਾਕਿਆ ਕਰੀਅਰ ਦੀ ਸਮਝ ਹੈ, ਇਹਨੂੰ ਕੋਰਸ ਕੰਟੈਂਟ ਯੂਨੀਵਰਸਿਟੀ ਇਹਨਾਂ ਸਾਰੀ ਦੁਨੀਆ ਦੀ ਸਮਝ ਹੈਗੀ ਹੈ। ਅਗਰ ਨਹੀਂ ਸਮਝ ਹੈਗੀ, ਬੱਚੇ ਦੀ ਫੀਸ ਕੀਤੀ ਪਈ ਵਾਪਸ ਕਰ ਦਿੰਦੀ UK ਦੀ ਯੂਨੀਵਰਸਿਟੀ, ਔਰ UK ਯੂਨੀਵਰਸਿਟੀ ਸੀਟ ਉਹਨੂੰ ਦੇਗੀ ਜਿਹਨੇ ਫੀਸ ਵੀ ਭਰਨੀ ਹੈ ਤੇ ਪੜ੍ਹਾਈ ਵੀ ਕਰਨੀ ਹੈ। ਨਹੀਂ ਤਾਂ ਅਗਰ ਤੁਸੀਂ ਸੀਟ ਤੇ ਨਹੀਂ ਗਏ, ਤੁਹਾਡੀ ਥਾਂ ਤੇ ਕੋਈ ਹੋਰ ਕ੍ਰੈਡੀਬਲ ਬੰਦਾ ਆਏਗਾ। ਬਿਕੋਜ਼ ਯੂਨੀਵਰਸਿਟੀ ਕੋਲ ਬੱਚੇ ਅਗਰ 100 ਦੀ ਸੀਟ ਹੈ ਤਾਂ 100 ਹੀ ਲੈ ਸਕਦੇ ਆ। ਸੋ ਮਗਰ ਵੇਟਿੰਗ ਤੇ ਆ, ਸੋ ਤੁਸੀਂ ਨਹੀਂ ਕ੍ਰੈਡੀਬਲ ਰਹੇ ਤੇ ਤੁਹਾਨੂੰ ਛੱਡਤਾ, ਨਵਾਂ ਲੈ ਲਿਆ। ਸੋ ਆਪਣਾ ਘਾਟਾ ਨਹੀਂ ਕਰਾਉਣਾ,
ਆਪਣੀ ਕ੍ਰੈਡੀਬਿਲਿਟੀ ਲੋ ਨਹੀਂ ਕਰਨੀ, ਆਪਣਾ ਫਾਈਨੈਂਸ਼ੀਅਲ ਲਾਸ ਨਹੀਂ ਕਰਨਾ, ਤੇ ਆਪਣੀ ਉਹੀ ਪ੍ਰੈਸਟੀਜ ਜਿਹੜੀ ਤੁਸੀਂ ਕਹ ਰਹੇ ਵੀ 1000 ਓਲਡ ਯੂਨੀਵਰਸਿਟੀ ਜਾਂ 1200 ਈਅਰ ਓਲਡ ਯੂਨੀਵਰਸਿਟੀ, ਉਹ ਵੀ ਨਾਲ ਬਰਕਰਾਰ ਰੱਖਣੀ। ਹਰ ਪਾਸਿਓਂ ਸੇਫ ਹੋ ਕੇ ਚੱਲਦੇ ਨੇ। ਸੋ ਇਹ ਬਹੁਤ ਅੱਛੀ ਸਟ੍ਰੈਟਜੀ ਆ, ਅੱਛੀ ਕੰਪਨੀ, ਅੱਛੀ ਅਬ ਇੱਕ ਬੇਸਿਕਲੀ ਹੱਥ ਲੱਗੇ ਉਹਨਾਂ ਨੂੰ ਵੀ। ਬੱਚੇ ਸ਼ੁਰੂ 'ਚ 1000 2,000 ਪਾਉਂਡ ਦੇ ਕੇ ਗਏ ਆ, ਮਗਰਲੀਆਂ ਫੀਸਾਂ ਕਿਸੇ ਨੇ ਭਰੀਆਂ ਨਹੀਂ, ਇੱਥੋਂ ਲੱਖਾਂ ਲੱਖਾਂ ਦੇ ਪੈਕੇਜ ਹੋ ਜਾਂਦੇ ਆ। ਸੋ ਬੱਚੇ ਪੁੱਛਦੇ ਨਹੀਂ ਮੇਰੀ ਫੀਸ ਕਿੰਨੀ ਰਹਿ ਗਈ। ਸੋ ਇੱਥੋਂ 10-15 ਲੱਖ ਰੁਪਈਆ ਲਾ ਕੇ ਜਾਂਦੇ, ਉੱਥੇ ਜਾ ਕੇ ਫਿਰ ਵੇਖਦੇ ਆ ਕਿ ਨਿਆਣਿਆਂ ਨੇ ਵੀ 10 ਲੱਖ ਤੇ ਹੋਰ ਯੂਨੀਵਰਸਿਟੀ 'ਤੇ ਦੇਣ ਵਾਲਾ ਆ। ਪਿੱਛੋਂ ਬਾਪੂ ਨੇ ਡਾਂਗ ਕੱਢੀ ਆ ਵੀ ਕਾਕਾ ਤੈਨੂੰ ਭੇਜਦਾ ਪੈਸੇ ਲਾ ਕੇ, ਤੂੰ ਪੈਸੇ ਨਹੀਂ ਮੋੜਦਾ। ਸੋ ਨਿਆਣੇ ਨੂੰ ਵੀ ਮਤਲਬ ਜੇ ਪਤਾ ਹੋਵੇ ਤੇ ਪਰਿਵਾਰ ਉਸ ਹਿਸਾਬ ਨਾਲ ਪਲਾਨ ਆਊਟ ਕਰ ਲਵੇ। ਸਿਕਿਉਰਿਟੀ ਚਾਹੀਦੀ ਆ। ਦੇਖੋ ਸੋ ਇਹ ਸੈਲਿੰਗ ਦੇ ਵਿੱਚ ਦਿੱਕਤ ਹੈ, ਇਹ ਸਟੂਡੈਂਟਸ ਦੀ ਅੰਡਰਸਟੈਂਡਿੰਗ ਦਿੱਕਤ ਹੈ, ਔਰ ਫਾਈਨਲੀ ਜਿਹੜੀ ਸਾਡੀ ਸਟੂਡੈਂਟਸ ਦੀ ਡਿਲੀਜੈਂਸ ਨਹੀਂ ਹੈਗੀ, ਸਾਡੀ ਰਿਸਰਚ ਹੀ ਹੈ ਨਹੀਂ। ਸਭ ਤੋਂ ਵੱਡਾ ਕਸੂਰ ਬੇਸਿਕਲੀ ਉਹਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਗਲੈਂਡ ਨਾਲ UK ਨਾਲ ਸਾਡੇ ਖਾਸ ਸੰਬੰਧ ਨੇ, ਕਿਉਂਕਿ 190 ਸਾਲ ਸਾਡੇ ਉੱਤੇ ਰਾਜ ਕੀਤਾ। ਸਾਨੂੰ ਬਿਹਤਰ ਤਰੀਕੇ ਨਾਲ ਜਾਣਦੇ ਵੀ ਨੇ, ਸਮਝਦੇ ਵੀ ਨੇ, ਅਸੀਂ ਵੀ ਸਮਝਦੇ ਹਾਂ ਕਾਫੀ ਹੱਦ ਤੱਕ ਉਹਨਾਂ ਨੂੰ। ਨਹੀਂ, UK ਐਜੂਕੇਸ਼ਨ ਇਸ ਟਾਈਮ ਵਰਲਡ ਦੀ ਸਭ ਤੋਂ ਪ੍ਰੈਸਟੀਜੀਅਸ ਐਜੂਕੇਸ਼ਨ ਹੈ, ਬਿਕਾਜ਼ UK ਨੇ ਆਪਣੀ ਐਜੂਕੇਸ਼ਨ ਦੇ ਉੱਪਰ ਬਹੁਤ ਕੰਮ ਕੀਤਾ ਹੈ। ਤੁਸੀਂ ਉੱਥੇ ਦੀ ਐਜੂਕੇਸ਼ਨ ਦੀ ਗੱਲ ਦੇਖੋ, ਉਸ ਸਮਾਜ ਦੇ ਤੁਸੀਂ ਕਿਸੇ ਬੰਦੇ ਨਾਲ ਗੱਲਬਾਤ ਕਰੋਗੇ, ਤੁਸੀਂ 1 ਮਿੰਟ ਗੱਲ ਕਰੋਗੇ, ਤੁਹਾਨੂੰ 100 ਵਾਰੀ ਸੌਰੀ ਥੈਂਕ ਯੂ ਕਹਿ ਦੂ ਅਗਲਾ। ਸੋ ਇਹ ਬੇਸਿਕਲੀ ਉਹ ਐਜੂਕੇਸ਼ਨ ਜਿਹੜੀ ਇਨਕਲਕੇਟ ਕੀਤੀ ਵੀ ਇਹ ਸਟੂਡੈਂਟ ਦੇ ਵਿੱਚ, ਇਹ ਉਹ ਬੋਲਦੀ ਆ। ਸੋ ਉਹ ਜਿਹੜੀਆਂ ਵੈਲਿਊਜ਼ ਨੇ ਜਿਹੜੀਆਂ ਤੁਹਾਡੀਆਂ, ਉਹਨਾਂ ਨੂੰ ਇਸ ਕਦਰ ਲੈ ਗਏ, ਕਦਰਾਂ ਕੀਮਤਾਂ ਜਿਹੜੀਆਂ ਮਨੁੱਖਤਾ ਦੀਆਂ, ਉਹਨਾਂ ਨੂੰ ਉੱਪਰ ਲੈ ਗਏ। ਬਿਕੋਜ਼ ਅਸੀਂ ਜਿਹੜਾ ਸਮਾਂ ਹੰਢਾ ਰਹੇ ਹਾਂ, ਇਹ 150-200 ਸਾਲ ਪਹਿਲਾਂ ਹੰਢਾ ਲਿਆ ਉਹਨਾਂ ਨੇ। ਸੋ ਜਿਸ ਸਿਚੁਏਸ਼ਨ, ਜਿਹੜੇ ਸ਼ੂਜ਼ ਅਸੀਂ ਅੱਜ ਪਾਏ ਆ, ਇਹ ਸ਼ੂਜ਼ ਉਹਨਾਂ ਨੇ 100 ਸਾਲ ਪਹਿਲਾਂ ਲਾ ਲਿਆ। ਸੋ ਜਿਹੜੀ ਰੇਸ 'ਚ ਅਸੀਂ ਲੱਗੇ ਹਾਂ, ਉਹਦੀ ਫਿਨਿਸ਼ ਲਾਈਨ ਉਹ ਪਹਿਲਾਂ ਪਾਰ ਕਰ ਚੁੱਕੇ ਆ। ਸੋ ਉਹਨਾਂ ਸਮਾਂ ਜ਼ਿਆਦਾ ਵੇਖਿਆ, ਇਸ ਕਰਕੇ ਉਹ ਐਜ਼ ਏ ਸੁਸਾਇਟੀ ਮੈਚਿਓਰ ਨੇ ਸਾਡੇ ਤੋਂ। ਯੈਸ। ਸੋ ਸਾਡੀ ਇਮੈਚਿਓਰਿਟੀ ਤੋਂ ਹੀ ਹਾਲੇ ਜਿਹੜੀ ਤੁਸੀਂ ਦੱਸਿਆ ਵੀ ਹੁਣ ਬਾਹਾਂ ਲਾਉਣ ਵਾਲੀ ਆ, ਇੱਕ ਦੂਜੇ ਨਾਲ ਵਡਾਂਗਾ ਕਰਨ ਵਾਲੀ ਆ, ਤਲਵਾਰਾਂ ਕੱਢਣ ਵਾਲੀ ਦੂਜੇ ਮੁਲਕ ਜਾ ਕੇ ਵੀ। ਖੈਰ ਚਲੋ, ਹੁਣ ਉਹਨਾਂ ਦਾ ਕੀ ਬਣੇਗਾ ਇਹ ਤਾਂ ਅਗਲਾ ਡਿਵੈਲਪਮੈਂਟ ਹੈ, ਉਸ ਤੋਂ ਬਾਅਦ ਪਤਾ ਲੱਗਣਾ ਹੈ। ਕੈਨੇਡਾ ਦੀਆਂ ਸੁਣੀਆਂ ਟਿਕਟਾਂ ਕਾਫੀ ਮਹਿੰਗੀਆਂ ਹੋ ਗਈਆਂ ਨੇ। ਯੈਸ, ਕੈਨੇਡਾ ਦੇ ਵਿੱਚ ਟਿਕਟਸ ਬੇਸਿਕਲੀ ਸਲੋਟ ਚੱਕੇ ਹੋਏ ਆ ਜਿਹੜੇ ਫਾਈਨਾਂਸਰਸ ਵੱਲੋਂ। ਸੋ ਟਿਕਟਸ ਚੰਕ ਪਹਿਲਾਂ ਚੱਕ ਲਿਆ ਜਾਂਦਾ। ਸੋ ਅੱਜ ਕੱਲ੍ਹ ਜਿਹੜੀ ਤੁਹਾਨੂੰ ਸਸਤੀ ਤੋਂ ਸਸਤੀ ਟਿਕਟ ਵੀ ਆ 1,60,000 ਦੇ ਕਰੀਬ ਮਿਲੇਗੀ। ਹੋ ਸਕਦਾ ਤੁਹਾਨੂੰ 1,60,000 ਤੋਂ ਲੈ ਕੇ 2 ਲੱਖ ਦੇ ਕਰੀਬ ਮਿਲੇ, ਬਟ ਇਹ ਤੁਹਾਨੂੰ ਇਸ ਤੋਂ ਥੱਲੇ ਕਾਸਟ ਪੋਸੀਬਲ ਨਹੀਂ ਹੈਗੀ, ਬਿਕੋਜ਼ ਅੱਗੇ ਆਨਲਾਈਨ ਟਿਕਟਾਂ ਸੀ, ਸੈਂਟਰਲ ਰਿਜ਼ਰਵੇਸ਼ਨ ਸਿਸਟਮ ਸੀ। ਹੁਣ ਜਦੋਂ ਅਸੀਂ ਇੱਕ ਸਲੋਟ ਚੱਕ ਲਿਆ, ਚੰਕ ਚੱਕ ਲਿਆ, ਤਾਂ ਤੁਹਾਡੇ ਕੋਲ ਪਿਛਲੀ ਅਵੇਲੇਬਿਲਿਟੀ ਹੈ ਹੀ ਨਹੀਂ ਹੈ। ਸੋ ਇਸ ਕਰਕੇ ਪ੍ਰਾਈਸਿੰਗ ਤੇ ਆਲਮੋਸਟ ਜਿਹੜੀ ਜਨਵਰੀ ਤੱਕ ਇਹੀ ਰਹਿਣ ਵਾਲੀ ਹੈ ਸਟੂਡੈਂਟਸ ਲਈ। ਔਰ ਇਹਦੇ 'ਚ ਕੋਈ ਸਟੂਡੈਂਟਸ ਕੋਲ ਮਤਲਬ ਜਿਹੜੀ ਫਾਈਨੈਂਸ਼ੀਅਲ ਜਿਹੜਾ ਉਹਨਾਂ ਦਾ ਨੁਕਸਾਨ ਨੂੰ ਥੋੜ੍ਹਾ ਜ਼ਿਆਦਾ ਆ, ਬਟ ਇਹਦੇ 'ਚ ਕੋਈ ਹੈਲਪ ਨਹੀਂ ਕਰ ਸਕਦਾ, ਬਿਕੋਜ਼ ਇਹ ਏਅਰਲਾਈਨਸ ਨੇ। ਏਅਰਲਾਈਨਸ ਕਾਫੀ ਸਮਾਂ ਪਹਿਲਾਂ ਪੂਰੇ ਦੇ ਪੂਰੇ ਚੰਕ ਸੈੱਲ ਕਰਤੇ ਆ। ਓਕੇ, ਆਹ ਮਹੀਨਾ ਕਿਸੇ ਨੇ ਚੱਕ ਲਿਆ, ਅਗਲਾ ਮਹੀਨਾ ਕਿਸੇ ਨੇ ਚੱਕ ਲਿਆ, ਅਗਲਾ ਮਹੀਨਾ ਕਿਸੇ ਨੇ ਚੱਕ ਲਿਆ। ਸੋ ਜਿਹੜੀ ਏਅਰਲਾਈਨਸ ਵੱਲੋਂ ਪਹਿਲਾਂ ਹੀ ਸੋਲਡ ਆਊਟ ਆ। ਵੇਖ ਪੁਰਾਣੇ ਤਰੀਕੇ ਨਾਲ ਹੀ ਰਹੀਆਂ ਨੇ, ਬਟ ਜਿਹੜਾ ਪ੍ਰਾਈਸਿੰਗ ਹੈ ਹੁਣ ਜਿਹੜੇ ਪਲੇਅਰ ਨੇ, ਜਿਹੜੇ ਫਾਈਨੈਂਸ਼ੀਅਲ ਸੈਕਟਰ ਦੇ ਜਿਹੜੇ ਫਾਈਨਾਂਸਰ ਨੇ, ਬੇਸਿਕਲੀ ਉਹ ਤੈਅ ਕਰਦੇ ਆ। ਸੋ ਤੁਸੀਂ ਏਜੰਟ ਕੋ ਟਿਕਟ ਲਓ, ਆਨਲਾਈਨ ਟਿਕਟ ਲਓ, A ਕੋ ਲਓ, B ਕੋ ਲਓ, C ਕੋ ਲਓ, ਪ੍ਰਾਈਸਿੰਗ ਇੱਥੇ ਰਹਿਣ ਵਾਲੀ ਆ, ਇਹ ਚੇਂਜ ਹੋਣ ਵਾਲੀ ਨਹੀਂ ਹੈ। ਓਕੇ, ਹੋਰ ਕਿਸੇ ਕੰਟਰੀ ਦਾ ਕੁਝ ਖਾਸ ਜੋ ਸਾਡੇ ਸਟੂਡੈਂਟਸ ਦੇ ਜਾਂ ਕਿਸੇ ਹੋਰ ਸਾਡੇ ਇਮੀਗ੍ਰੈਂਟਸ ਦੇ ਕੰਮ ਆ ਸਕੇ, ਕੋਈ ਟਿਪ ਸਾਨੂੰ ਦੇਣਾ ਚਾਹੋਗੇ? ਬਸ ਟਾਈਮ ਓਪਨ ਹੋ ਗਿਆ ਸਭ ਕੁਝ। ਸੋ ਆਪਣੀਆਂ ਪੁੱਲ ਅਪ ਯੂਅਰ ਸੌਕਸ, ਸਮਾਂ ਹੈ ਤੁਹਾਡੇ ਕੋਲ ਵਿਦੇਸ਼ ਘੁੰਮਣ ਦਾ, ਵਿਦੇਸ਼ ਜਾਣ ਦਾ। ਸੋ ਸ਼ੁਰੂ ਹੋ ਗਿਆ। ਸੋ ਬਹੁਤ ਸਾਰਾ ਦੁਨੀਆ ਜਿਹੜੀ ਬੰਦ ਪਈ ਸੀ ਓਪਨ ਹੋ ਗਈ। ਫਾਈਨਲੀ ਲਾਸਟ ਤੋਂ ਲਾਸਟ ਜਿਹੜਾ ਨਿਊਜ਼ੀਲੈਂਡ ਸੀ ਉਹ ਵੀ ਓਪਨ ਹੋ ਗਿਆ ਹੁਣ ਤੇ। ਸੋ ਸਭ ਤੋਂ ਲੇਟ ਬੂਹੇ ਇਹਨਾਂ ਨੇ ਖੋਲ੍ਹੇ ਆ। ਸੋ ਅਗਰ ਸੁਪਨਾ ਪਾਲ ਕੇ ਰੱਖਿਆ, ਕੋਈ ਜਾਣਕਾਰੀ ਚਾਹੀਦੀ ਹੈ, ਤੁਸੀਂ ਕਾਲ ਕਰ ਸਕਦੇ ਹੋ। ਔਰ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਸਾਡੇ ਪ੍ਰੋਗਰਾਮ 'ਚ ਲਿਖ ਸਕਦੇ ਹੋ। ਕਿਸੇ ਮੁੱਦੇ 'ਤੇ ਜਾਣਕਾਰੀ ਚਾਹੁੰਦੇ ਹੋ ਸਾਨੂੰ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਬਾਰੇ ਤੁਹਾਨੂੰ ਵਿਸਥਾਰ ਨਾਲ ਚਾਨਣਾ ਪਾ ਕੇ ਸਮਝਾ ਸਕੀਏ। ਬਿਲਕੁਲ ਜੀ, ਥੈਂਕ ਯੂ ਵੈਰੀ ਮੱਚ ਅਰਵਿੰਦਰ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਾਂਗੇ ਕਿ ਕੋਈ ਵੀ ਤੁਹਾਡੀ ਕੁਐਰੀ ਹੋਵੇ, ਕੋਈ ਵੀ ਤੁਹਾਡਾ ਸਵਾਲ ਹੋਵੇ, ਸਾਨੂੰ ਇਨਬਾਕਸ ਜ਼ਰੂਰ ਕਰੋ। ਔਰ ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਰਵਿੰਦਰ ਜੀ। ਔਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਹੋ। ਹੋਰ ਕੀ ਕੁਝ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਰੂਰ ਲਿਖੋ, ਤੇ ਹਮੇਸ਼ਾ ਸਾਡਾ ਚੈਨਲ ਇੰਜੋਏ ਕਰਦੇ ਰਹੋ। ਸਤਿ ਸ਼੍ਰੀ ਅਕਾਲ।